ਮੁੱਖ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਹੜੀਆਂ ਮੇਜਰ ਚੁਣੌਤੀਆਂ ਜਾਂ ਮੇਜਰ ਖਬਰਾਂ ਜਿਹੜੀਆਂ ਸੀ। ਸੋ ਲੈਟਸ ਸਟਾਰਟ ਵਿਦ ਇੰਡੀਆ ਤੋਂ ਸ਼ੁਰੂਆਤ ਕਰਦੇ ਹਾਂ। ਇੰਡੀਆ ਦੇ ਵਿੱਚ ਕਿਹੜੀ ਮੇਜਰ ਮਹੱਤਵਪੂਰਨ ਖਬਰਾਂ ਨੇ ਜਿਨ੍ਹਾਂ ਦੀ ਚਰਚਾ ਚੱਲਦੀ ਰਹੀ ਤੇ ਅੱਜ ਵੀ ਚੱਲ ਰਹੀ ਹੈ। ਆਮ ਆਦਮੀ ਪਾਰਟੀ ਜਿਸ ਨੇ ਕਿ 92 ਵਿਧਾਇਕ ਚੁਣ ਕੇ ਵਿਧਾਨ ਸਭਾ ਦੇ ਵਿੱਚ ਲਿਆਂਦੇ, ਉਹਨਾਂ ਦੇ 92 ਦੇ ਵਿੱਚ ਬਹੁਤਾਤ ਜਿਹੜੇ ਵਿਧਾਇਕ ਨੇ ਲੋਕਾਂ ਨੂੰ ਉਹਨਾਂ ਦੇ ਨਾਂ ਤੱਕ ਨਹੀਂ ਸੀ ਅਖੀਰ ਤੱਕ ਪਤਾ। ਉਸ ਤੋਂ ਬਾਅਦ ਸਥਿਤੀ ਹੋਰ ਵਿਗੜਦੀ ਰਹੀ। ਸਿੱਧੂ ਮੂਸੇਵਾਲੇ ਦੀ ਕਿਲਿੰਗ ਹੋ ਜਾਂਦੀ ਹੈ। ਉਸ ਤੋਂ ਬਾਅਦ ਗੈਂਗਸਟਰਸ ਦਾ ਇੱਕ ਨਵਾਂ ਦੌਰ ਜਿਹੜਾ ਸ਼ੁਰੂ ਹੋਇਆ। ਇਹ ਨਹੀਂ ਕਿ ਪਹਿਲਾਂ ਨਹੀਂ ਸੀ, ਉਸ ਨੂੰ ਗ੍ਰਿਫਤਾਰ ਕਰਾਤਾ ਜਾਂਦਾ ਹੈ ਕਿਉਂਕਿ ਸਾਹਮਣੇ ਇੱਕ ਚੋਣ ਨਜ਼ਰ ਆ ਰਿਹਾ ਸੀ। ਉਸ ਤੋਂ ਬਾਅਦ ਕੁਝ ਹਫ਼ਤਿਆਂ ਬਾਅਦ ਉਹ ਮੰਤਰੀ ਸਾਹਿਬ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ। ਅਦਾਲਤ ਦੇ ਵਿੱਚ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਵੀ ਇਹ ਨਹੀਂ ਦੱਸਣ ਨੂੰ ਹੁੰਦਾ ਵੀ ਇਹਨਾਂ ਦੇ ਖਿਲਾਫ ਤਾਂ ਸਾਬਤ ਹੀ ਕੁਝ ਨਹੀਂ ਹੋ ਪਾਇਆ ਕਿਉਂਕਿ ਕੇਸ ਬਹੁਤ ਕਮਜ਼ੋਰ ਸੀ। ਦੇਖੋ, ਬੇਅਦਬੀ ਦਾ ਮੁੱਦਾ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਰਿਹਾ, ਲੇਕਿਨ ਉਸ ਮੁੱਦੇ ਉੱਤੇ ਸਰਕਾਰ ਦੀ ਕਮਿਟਮੈਂਟ ਕਿਤੇ ਨਹੀਂ ਹੈ। ਇਨਫੈਕਟ ਜਿਹੜੇ ਐਡਵੋਕੇਟ ਜਨਰਲ ਇਸ ਵਕਤ ਪੰਜਾਬ ਦੇ ਵਿਨੋਦ ਕਈ ਸਾਹਿਬ ਲਾਏ ਗਏ ਨੇ, ਉਹ ਕਈ ਕੇਸਾਂ ਦੇ ਵਿੱਚ ਗੁਰਮੀਤ ਰਾਮ ਰਹੀਮ ਡੇਰੇ ਸੱਚੇ ਸੌਦੇ ਦੇ ਵਕੀਲ ਰਹੇ ਨੇ। ਇਹ ਆਸ ਸੀ ਕਿ ਹਿਮਾਚਲ ਤੇ ਗੁਜਰਾਤ ਦੇ ਵਿੱਚ ਡੈਫੀਨਿਟਲੀ ਕੋਈ ਰੈਵੋਲੂਸ਼ਨ ਆਏਗਾ, ਬਟ ਸ਼ਾਇਦ ਪੰਜਾਬ ਵਿੱਚ ਹੀ ਰੈਵੋਲੂਸ਼ਨਸ ਆਉਂਦੇ ਨੇ, ਬਾਕੀ ਪ੍ਰਦੇਸ਼ਾਂ ਵਿੱਚ ਆਉਂਦੇ ਨਹੀਂ ਹੈਗੇ। ਸੋ ਪੰਜਾਬ ਵਿੱਚ ਜੋ ਕੁਝ ਹੋਇਆ, ਕੀ ਉਸਦਾ ਕੋਈ ਅਸਰ ਨਹੀਂ ਪਿਆ ਉੱਥੇ, ਜਾਂ ਉੱਥੋਂ ਦੀ ਰਾਜਨੀਤੀ ਹੀ ਵੱਖਰੇ ਕਿਸਮ ਦੀ ਹੈ ਜਿਹਦਾ ਕਿ ਪੈਨੀਟ੍ਰੇਟ ਨਹੀਂ ਕਰ ਸਕੀ ਆਮ ਆਦਮੀ ਪਾਰਟੀ। The Harjinder Singh Show। ਸੋ ਪ੍ਰੋਗਰਾਮ ਵਿੱਚ ਹੀ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ। ਤੇ ਇਸ ਦੇ ਨਾਲ ਹੀ ਅੱਜ, ਕਿਉਂਕਿ ਇਹ ਇਸ ਪ੍ਰੋਗਰਾਮ ਦਾ ਅਖੀਰਲਾ ਪ੍ਰੋਗਰਾਮ ਹੈਗਾ ਇਸ ਸਾਲ ਦਾ ਹਰਜਿੰਦਰ ਥਿੰਦ ਸ਼ੋਅ ਦਾ, ਤੇ ਅਸੀਂ ਅੱਜ ਤੁਹਾਡੇ ਨਾਲ ਲੇਖਾ ਜੋਖਾ ਕਰਾਂਗੇ ਸਾਲ 2022 ਦਾ, ਜਿੱਥੇ ਅਸੀਂ ਪਰਸਨਲ ਲੈਵਲ ਤੇ ਰੈਜ਼ੋਲੂਸ਼ਨਸ ਬਣਾ ਰਹੇ ਹਾਂ ਕਿ ਅਗਲੇ ਸਾਲ ਵਿੱਚ ਅਸੀਂ ਕੀ ਕਰਨਾ ਹੈ, ਤੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਸਾਲ ਵਿੱਚ ਅਸੀਂ ਘਰਾਂ ਦੇ ਵਿੱਚ ਆਪਣੇ ਪਰਿਵਾਰ ਨਾਲ ਜਾਂ ਆਪਣੇ ਬਿਜ਼ਨਸ ਵਿੱਚ ਜਾਂ ਜਿੱਥੇ ਅਸੀਂ ਕੰਮ ਕਰਦੇ ਹਾਂ ਕੀ ਕੁਝ ਕੀਤਾ ਤੇ ਫਰਦਰ ਕੀ ਇੰਪਰੂਵਮੈਂਟਸ ਦੀ ਲੋੜ ਹੈ। ਇਸੇ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਕੀ ਕੁਝ ਵਾਪਰਿਆ, ਇਸ ਬਾਰੇ ਅੱਜ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਤੇ ਮੇਰਾ ਸਾਥ ਦੇਣਗੇ ਰਿਤੇਸ਼ ਲੱਖੀ ਜੀ, ਜਿਹੜੇ ਕਿ ਬਹੁਤ ਹੀ ਸੀਨੀਅਰ ਜਰਨਲਿਸਟ ਹੈਗੇ ਨੇ। ਰਿਤੇਸ਼ ਜੀ, ਜੀ ਆਇਆਂ ਨੂੰ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਰਿਤੇਸ਼ ਜੀ, ਇਹ ਬੜਾ ਹੀ ਇੰਟਰਸਟਿੰਗ ਰਿਹਾ। ਭਾਰਤ ਦੇਖ ਲਓ ਜਾਂ ਕੈਨੇਡਾ ਦੇਖ ਲਓ ਜਾਂ ਤੁਸੀਂ ਯੂਰਪ ਦੇਖ ਲਓ। ਸੋ ਮੁੱਖ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਹੜੀਆਂ ਮੇਜਰ ਚੁਣੌਤੀਆਂ ਜਾਂ ਮੇਜਰ ਖਬਰਾਂ ਜਿਹੜੀਆਂ ਸੀ, ਸੋ ਲੈਟਸ ਸਟਾਰਟ ਵਿਦ ਇੰਡੀਆ ਤੋਂ ਸ਼ੁਰੂਆਤ ਕਰਦੇ ਹਾਂ। ਇੰਡੀਆ ਦੇ ਵਿੱਚ ਕਿਹੜੀ ਮੇਜਰ ਮਹੱਤਵਪੂਰਨ ਖਬਰਾਂ ਨੇ ਜਿਨ੍ਹਾਂ ਦੀ ਚਰਚਾ ਚੱਲਦੀ ਰਹੀ ਤੇ ਅੱਜ ਵੀ ਚੱਲ ਰਹੀ ਹੈ? ਦੇਖੋ ਜੀ, ਭਾਰਤ ਦੇ ਵਿੱਚ ਬਹੁਤ ਕੁਝ ਵਾਪਰਦਾ ਤੇ ਖਬਰਾਂ ਨੂੰ ਜੇ ਆਪਾਂ ਮਹੀਨਾਵਾਰ ਬਾਈਫਰਕੇਟ ਕਰਨਾ ਸੀ ਤਾਂ ਬਹੁਤ ਔਖਾ ਹੈ। ਲੇਕਿਨ ਇਹ ਮੰਨਣਾ ਪਏਗਾ ਵੀ ਇਸ ਸਾਲ ਰਾਜਨੀਤਿਕ ਪੱਖੋਂ ਕਈ ਮਹੱਤਵਪੂਰਨ ਜਿਹੜੇ ਬਦਲਾਅ ਵੇਖਣ ਨੂੰ ਮਿਲੇ। ਤੇ ਭਾਰਤ ਦੇ ਵਿੱਚ ਕਈ ਸੂਬਿਆਂ ਦੇ ਇਲੈਕਸ਼ਨ ਸੀ, ਚੋਣਾਂ ਵਗੈਰਾ ਹੋਈਆਂ, ਤੇ ਖਾਸ ਕਰਕੇ ਕਿਉਂਕਿ ਆਪਾਂ ਪੰਜਾਬ ਨਾਲ ਤਾਲੁਕ ਰੱਖਦੇ ਹਾਂ, ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਬਦਲਾਅ ਆਇਆ, ਇਤਿਹਾਸਕ ਬਦਲਾਅ ਇਸ ਨੂੰ ਕਿਹਾ ਜਾ ਸਕਦਾ ਹੈ। ਇੱਕ ਰਿਵਾਇਤੀ ਜਿਹੜਾ ਚੱਕਰ ਚੱਲਦਾ ਸੀ ਸਿਆਸਤ ਦਾ, ਜਿਸ ਵਿੱਚ ਅਕਾਲੀ ਦਲ ਕਾਂਗਰਸ ਇਹੀ ਪਾਰਟੀਆਂ ਅੱਗੇ ਪਿੱਛੇ ਹੋ ਰਹੀਆਂ ਸਨ, ਉਸ ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਨੂੰ ਉੱਭਰਦੇ ਹੋਏ ਦੇਖਿਆ। ਤੇ ਪਹਿਲੀ ਅਜਿਹਾ ਸੂਬਾ ਹੈ ਪੰਜਾਬ, ਦਿੱਲੀ ਤੋਂ ਬਾਅਦ। ਹਾਲਾਂਕਿ ਦਿੱਲੀ ਇੱਕ ਪ੍ਰੋਪਰ ਸੂਬਾ ਨਹੀਂ ਹੈ, ਉਸ ਤਰੀਕੇ ਦੀ ਰਾਜਨੀਤੀ ਉੱਥੇ ਨਹੀਂ ਹੁੰਦੀ ਹੈ, ਇੰਨੀ ਆਜ਼ਾਦੀ ਉੱਥੇ ਨਹੀਂ ਹੈ, ਇੰਨੀ ਤਾਕਤਾਂ ਨਹੀਂ ਹੈ। ਇਨਫੈਕਟ ਮਿਊਨਿਸਪੈਲਿਟੀ ਦੇ ਲੈਵਲ ਦੇ ਦਿੱਲੀ ਦੀ ਸਰਕਾਰ ਹੈ। ਸੋ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਪੰਜਾਬ ਵਿੱਚ ਹੋਈ, ਉਸਨੇ ਇੰਝ ਲੱਗਾ ਸੀ ਕਿ ਗੇਟਵੇ ਖੋਲ੍ਹਤਾ ਆਮ ਆਦਮੀ ਪਾਰਟੀ ਲਈ ਭਾਰਤ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੋਣ ਦਾ, ਤੇ ਇਸ ਤੋਂ ਬਹੁਤ ਆਸਾਂ ਸਨ। ਲੇਕਿਨ ਸਾਲ ਦਾ ਅੰਤ ਹੁੰਦੇ ਹੁੰਦੇ ਗੁਜਰਾਤ ਤੇ ਹਿਮਾਚਲ ਨੇ ਉਹ ਸਾਰੇ ਦੇ ਸਾਰੇ ਨਤੀਜੇ ਪਲਟਦੇ, ਤੇ ਭਾਰਤ ਦੇ ਵਿੱਚ ਉੱਭਰਨ ਵਾਲੀ ਆਮ ਆਦਮੀ ਪਾਰਟੀ ਲਈ ਇੱਕ ਵਿਰਾਮ ਜਾਂ ਉੱਥੇ ਲੱਗਦਾ ਹੋਇਆ ਨਜ਼ਰ ਆ ਰਿਹਾ। ਲੱਗਦਾ ਕਿ ਸ਼ਾਇਦ ਪੰਜਾਬ ਤੱਕ ਹੀ ਉਹਨਾਂ ਦਾ ਸਫ਼ਰ ਸੀ, ਅੱਗੇ ਉਹਨਾਂ ਦੀ ਜਿਹੜੀ ਕਹਾਣੀ ਵਧਣੀ ਹੁਣ ਔਖੀ ਨਜ਼ਰ ਆ ਰਹੀ ਹੈ ਕਿਉਂਕਿ ਦੋਵੇਂ ਸੂਬਿਆਂ ਤੋਂ ਆਸ ਸੀ। ਸੋ ਰਾਜਨੀਤੀ ਦੇ ਵਿੱਚ ਇੱਕ ਜਿਹੜੀ ਨਵੀਂ ਆਸ ਦਿਖੀ ਸੀ, ਇੱਕ ਤੀਸਰਾ ਵਿਕਲਪ ਅਲਟਰਨੇਟਿਵ ਦਿਸ ਰਿਹਾ ਸੀ, ਉਹ ਭਾਰਤ ਦੇ ਵਿੱਚ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਸਾਲ ਦਾ ਅੰਤ ਹੁੰਦੇ ਹੁੰਦੇ ਠੰਡਾ ਪੈ ਗਿਆ। ਹੁਣ ਆਉਣ ਵਾਲੇ ਸਾਲ ਦੇ ਵਿੱਚ ਹੋਰ ਜਿਹੜੇ ਚੋਣ ਹੋਣਗੇ ਉਸ ਵਿੱਚ ਵੇਖਣਾ ਹੋਏਗਾ ਵੀ ਕੀ ਨਿਕਲਦਾ। ਤੁਸੀਂ ਪੰਜਾਬ ਸੀ ਉਸ ਸਮੇਂ ਜਦੋਂ ਇਲੈਕਸ਼ਨਾਂ ਹੋਈਆਂ ਪੰਜਾਬ ਦੇ ਵਿੱਚ, ਕੀ ਕਾਰਨ ਮੇਜਰ, ਤੁਸੀਂ ਜਦੋਂ ਲੋਕਾਂ ਨੂੰ ਮਿਲਦੇ ਸੀ ਜਾਂ ਓਵਰਆਲ ਦੇਖਦੇ ਸੀ, ਕੀ ਕਾਰਨ ਹੋਏ ਜਿਹਦੇ ਕਰਕੇ ਲੋਕਾਂ ਨੇ ਇਹ ਟ੍ਰੈਡੀਸ਼ਨਲ ਪਾਰਟੀਜ਼ ਨੂੰ ਛੱਡ ਕੇ ਇੱਕ ਨਵੀਂ ਪਾਰਟੀ ਨੂੰ ਵਾਗਡੋਰ ਸੰਭਾਲ ਦਿੱਤੀ, ਇਸ ਆਸ ਨਾਲ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਏਗੀ, ਇੱਕ ਬਦਲਾਅ ਆਏਗਾ? ਸੋ ਮੇਜਰ ਫੈਕਟਰਸ ਕਿਹੜੇ ਤੁਹਾਨੂੰ ਨਜ਼ਰ ਆਏ ਸੀ? ਹਰਪ੍ਰੀਤ ਜੀ, ਤੁਸੀਂ ਪੰਜਾਬ ਨੂੰ ਬਹੁਤ ਲੰਬੇ ਅਰਸੇ ਤੱਕ ਕਵਰ ਕੀਤਾ ਤੇ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਇੱਕ ਬਦਲਾਅ ਦੀ ਜਿਹੜੀ ਗੱਲ ਤੁਸੀਂ ਸ਼ਬਦ ਵਰਤਿਆ, ਬਦਲਾਅ। ਸੋ ਬਦਲਾਅ ਹੀ ਇੱਕ ਕਾਰਨ ਸੀ ਤੇ ਬਦਲਾਅ ਹੀ ਇੱਕ ਸਬਬ ਵੀ ਸੀ। ਬਦਲਾਅ ਦੇ ਬੇਸ ਦੇ ਉੱਤੇ ਹੀ ਆਮ ਆਦਮੀ ਪਾਰਟੀ ਜਿੱਤੀ ਹੈ। ਲੋਕਾਂ ਨੇ ਇੱਕ ਬਦਲ ਚਾਹੁੰਦੇ ਸੀ ਤੇ ਉਹ ਬਦਲ ਉਹਨਾਂ ਨੂੰ ਕਿਸੇ ਵੀ ਪਾਰਟੀ ਵਿੱਚ ਮਿਲਦਾ ਉਹਨਾਂ ਨੇ ਲੈਣਾ ਸੀ, ਤੇ ਆ ਚੁੱਕੇ ਸੀ ਲੋਕ। ਪਰੇਸ਼ਾਨ ਸੀ, ਕਾਂਗਰਸ ਸੱਤਾਧਾਰੀ ਧਿਰ ਸੀ, ਅਕਾਲੀ ਦਲ ਤੋਂ ਕੋਈ ਜ਼ਿਆਦਾ ਆਸਾਂ ਸੀ ਨਹੀਂ। ਅਕਾਲੀ ਦਲ ਦੇ ਮੱਥੇ ਉੱਤੇ ਜਿਹੜੇ ਕਲੰਕ ਕੁਛ ਲੱਗੇ ਉਹਨਾਂ ਤੋਂ ਉੱਭਰ ਹੀ ਨਹੀਂ ਪਾਏ।
ਇਹਨਾਂ तमाम ਸਾਲਾਂ ਦੇ ਵਿੱਚ, ਹਾਲਾਂਕਿ 5 ਸਾਲ ਆਪੋਜੀਸ਼ਨ ਵਿੱਚ ਰਹਿੰਦੇ ਨੇ, ਬੇਅਦਬੀ ਦੇ ਮਸਲਿਆਂ ਅਤੇ ਪੰਥਕ ਜਿਹੜਾ ਉਹਨਾਂ ਦੇ ਜਿਹੜਾ ਖੋਰਾ ਲੱਗਿਆ ਉਹਨਾਂ ਦੇ ਵੋਟ ਬੈਂਕ ਨੂੰ, ਉਹ ਉਸ ਤੋਂ ਅਕਾਲੀ ਦਲ ਉੱਭਰ ਨਹੀਂ ਪਾਇਆ। ਸੋ ਲੋਕਾਂ ਕੋਲ ਕੋਈ ਅਲਟਰਨੇਟਿਵ ਨਹੀਂ ਸੀ। ਈਵਨ ਆਮ ਆਦਮੀ ਪਾਰਟੀ ਜਿਸ ਨੇ ਕਿ 92 ਵਿਧਾਇਕ ਚੁਣ ਕੇ ਵਿਧਾਨ ਸਭਾ ਦੇ ਵਿੱਚ ਲਿਆਂਦੇ, ਉਹਨਾਂ ਦੇ 92 ਦੇ ਵਿੱਚ ਬਹੁਤਾਤ ਜਿਹੜੇ ਵਿਧਾਇਕ ਨੇ ਲੋਕਾਂ ਨੂੰ ਉਹਨਾਂ ਦੇ ਨਾਂ ਤੱਕ ਨਹੀਂ ਸੀ ਅਖੀਰ ਤੱਕ ਪਤਾ। ਝਾੜੂ ਦੇ ਨਾਂ ਉੱਤੇ ਵੋਟ ਪੈ ਰਹੀ ਹੈ, ਅਰਵਿੰਦ ਕੇਜਰੀਵਾਲ ਦੇ ਨਾਂ ਉੱਤੇ ਵੋਟ ਪੈ ਰਹੀ ਹੈ। ਸੋ ਅੱਜ ਵੀ ਬੜਾ ਸੰਘਰਸ਼ ਕਰਨਾ ਪੈਂਦਾ ਵੀ ਕਿਹੜੀ ਹਲਕੇ ਦਾ ਕਿਹੜਾ ਵਿਧਾਇਕ ਹੈ, ਨਾਂ ਤੱਕ ਕਲੀਅਰ ਨਹੀਂ। ਇੱਥੇ ਵੋਟਾਂ ਝਾੜੂ ਨੂੰ ਪੈ ਗਈਆਂ ਤੇ ਕੇਜਰੀਵਾਲ ਨੂੰ ਪਈਆਂ। ਅੱਛਾ, ਇੱਕ ਜਦੋਂ ਹੀ ਇਹ ਸਰਕਾਰ ਬਣੀ, ਕਿਉਂਕਿ ਖਾਸ ਤੌਰ 'ਤੇ ਲੋਕਾਂ ਨੂੰ ਬਹੁਤ ਸਾਰੇ ਚੇਂਜਸ ਬਾਰੇ ਗੱਲ ਕਹੀ ਗਈ ਸੀ, ਅਤੇ ਬਿਜਲੀ ਦੇ ਉੱਤੇ ਵੀ, ਕਿਉਂਕਿ ਇਹ ਜਿਹੜੇ ਸੌਪਸ ਵੰਡੇ ਜਾਂਦੇ ਨੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਅਤੇ ਲੋਕਾਂ ਨੂੰ ਆਸ ਸੀ ਕਿ ਇਮੀਡੀਏਟਲੀ ਕੁਝ ਨਾ ਕੁਝ ਐਕਸ਼ਨ ਹੋਏਗਾ। ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਸਾਬਕਾ IG ਰਹੇ ਹੈਗੇ ਨੇ, ਉਹਨਾਂ ਨੇ ਬੇਅਦਬੀ ਮੁੱਦੇ ਦੇ ਉੱਤੇ ਬਹੁਤ ਆਵਾਜ਼ ਬੁਲੰਦ ਕੀਤੀ, ਅਤੇ ਇਹ ਆਸ ਕੀਤੀ ਜਾ ਰਹੀ ਸੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਵਾਸਤੇ ਕੋਈ ਐਸਾ ਕਾਬਲ ਵਿਅਕਤੀ ਲਿਆਂਦਾ ਜਾਏਗਾ। ਇਹ ਨਹੀਂ ਕਿ ਹੁਣ ਜਿਹੜੇ ਨੇ ਉਹ ਕਾਬਲ ਨਹੀਂ ਹੈ ਹੋਣਗੇ, ਲੇਕਿਨ ਆਸ ਹੁੰਦੀ ਹੈ ਜਿਹੜਾ ਬੰਦਾ ਜਿਸ ਫੀਲਡ ਵਿੱਚ ਹੋਏ ਉਹ ਚੰਗੇ ਤਰੀਕੇ ਨਾਲ ਮੈਨੇਜ ਕਰ ਸਕਦਾ ਹੈ। ਸੋ ਇਟ ਵਾਸ ਐਕਸਪੈਕਟਡ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਾਨੂੰਨ ਮੰਤਰੀ ਬਣਾਇਆ ਜਾਏਗਾ ਪੰਜਾਬ ਦਾ, ਅਤੇ ਉਹ ਕੁਝ ਵਾਗਡੋਰ ਸੰਭਾਲਣਗੇ, ਪਰ ਉਹ ਨਹੀਂ ਹੋਇਆ। ਉਸ ਤੋਂ ਬਾਅਦ ਸਥਿਤੀ ਹੋਰ ਵਿਗੜਦੀ ਰਹੀ। ਸਿੱਧੂ ਮੂਸੇਵਾਲੇ ਦੀ ਕਿਲਿੰਗ ਹੋ ਜਾਂਦੀ ਹੈ। ਉਸ ਤੋਂ ਬਾਅਦ ਗੈਂਗਸਟਰਸ ਦਾ ਇੱਕ ਨਵਾਂ ਦੌਰ ਜਿਹੜਾ ਸ਼ੁਰੂ ਹੋਇਆ। ਇਹ ਨਹੀਂ ਕਿ ਪਹਿਲਾਂ ਨਹੀਂ ਸੀ, ਪਰ ਸ਼ਾਇਦ ਕੁਝ ਜ਼ਿਆਦਾ ਹੀ ਇਹਨਾਂ ਸਮਿਆਂ ਦੇ ਦੌਰਾਨ ਜਦੋਂ ਤੋਂ ਇਹ ਸਰਕਾਰ ਬਣੀ ਹੈ, ਮਾਰਚ ਮਹੀਨੇ ਤੋਂ ਬਾਅਦ ਸਾਨੂੰ ਵੇਖਣ ਨੂੰ ਮਿਲਿਆ। ਐਂਡ ਅਗੇਨ ਤੁਸੀਂ ਗਰਾਊਂਡ ਰਿਐਲਿਟੀਜ਼ ਉੱਤੇ ਦੇਖਦੇ ਆਏ ਹੈਗੇ ਹੋ। ਥੋੜ੍ਹਾ ਜਿਹਾ ਇਸ ਮੁਤਲਕ ਦੱਸੋ ਕਿ ਇਹ ਸਾਰਾ ਕੁਝ ਜੋ ਲੋਕਾਂ ਦੀ ਐਕਸਪੈਕਟੇਸ਼ਨਸ ਹੌਲੀ ਹੌਲੀ ਘਟਦੀਆਂ ਰਹੀਆਂ, ਕੀ ਭਗਵੰਤ ਮਾਨ ਸਰਕਾਰ ਦੇ ਉੱਤੇ ਜਿਹੜੇ ਦੋਸ਼ ਲੱਗੇ ਕਿ ਦਿੱਲੀ ਤੋਂ ਹੀ ਸਿਰਫ ਕੰਟਰੋਲ ਹੋ ਰਹੀ ਹੈ, ਕਿੰਨੇ ਕੁ ਇਹ ਵਾਜਬ ਸਨ, ਅਤੇ ਓਵਰਆਲ ਸਿਚੁਏਸ਼ਨ ਦੇ ਵਿੱਚ ਕਿਉਂ ਨਹੀਂ ਕੋਈ ਕੇਪੇਬਲ ਵਿਅਕਤੀ ਨੂੰ ਉਹ ਪੋਜੀਸ਼ਨਸ 'ਤੇ ਲਿਆਂਦਾ ਗਿਆ ਜਿਹੜੇ ਕਿ ਇਸ ਸਿਚੁਏਸ਼ਨ ਨੂੰ ਕੁਝ ਕੰਟਰੋਲ ਕਰ ਸਕਦੇ ਸੀ? ਇਹ ਬੜੀ ਵੈਲਿਡ ਆਬਜ਼ਰਵੇਸ਼ਨ ਤੁਸੀਂ ਦਿੱਤੀ ਹੈ, ਕਿਉਂਕਿ ਤੁਹਾਡੇ ਸਵਾਲ 'ਚ ਤੁਸੀਂ ਕਈ ਚੀਜ਼ਾਂ ਨੂੰ ਸਮ ਅਪ ਕੀਤਾ। ਇਨਫੈਕਟ ਇਹੀ ਰਿਐਲਿਟੀ ਹੈ ਪੰਜਾਬ ਦੀ, ਇਹੀ ਰਿਐਲਿਟੀ ਵੀ ਅਤੇ ਦੁਖਾਂਤ ਵੀ ਇਹੀ ਹੈ। ਅਤੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਤੁਸੀਂ ਜ਼ਿਕਰ ਕੀਤਾ, ਮੈਨੂੰ ਲੱਗਦਾ ਉਹ ਇਸ ਸਾਲ ਦਾ ਟਰਨਿੰਗ ਪੁਆਇੰਟ ਸੀ। ਇਨਫੈਕਟ ਪੰਜਾਬ ਦਾ ਨਹੀਂ, ਪੂਰੇ ਦੇਸ਼ ਦੇ ਇਤਿਹਾਸ ਦੇ ਵਿੱਚ ਆਪਾਂ ਪਿਛਲੇ ਤਕਰੀਬਨ 25-30 ਸਾਲਾਂ ਦੇ ਵਿੱਚ ਕੋਈ ਵੱਡੀ ਅਸੈਸੀਨੇਸ਼ਨ ਦੀ ਗੱਲ ਕਰੀਏ, ਐਡੇ ਬਹੁਚਰਚਿਤ ਲੋਕਪ੍ਰਿਯ ਕਲਾਕਾਰ ਗਾਇਕ ਦੀ ਮੌਤ ਕਰੀ, ਗਾਇਕ ਕਿਉਂ ਕਿਸੇ ਵੀ ਸੈਲੀਬ੍ਰਿਟੀ ਦੇ ਪੱਖੋਂ ਐਡੀ ਦੇ ਘਾਤਕ ਹਮਲੇ ਤੋਂ ਇਹ ਬਹੁਤ ਵੱਡੀ ਵਾਰਦਾਤ ਸੀ। ਇਸ ਨੇ ਇੱਕ ਬਦਲਾਅ ਵੀ ਲਿਆਤਾ ਲੋਕਾਂ ਦੀ ਕੌਨਸ਼ੀਅਸਨੈਸ ਦੇ ਵਿੱਚ। ਤੁਸੀਂ ਠੀਕ ਕਿਹਾ ਕਿ ਗੈਂਗਸਟਰ ਤਾਂ ਪਹਿਲਾਂ ਵੀ ਸੀ, ਲੇਕਿਨ ਇਸ ਸਾਲ ਗੈਂਗਸਟਰਾਂ ਨੂੰ ਨੇੜਤਾ ਤੋਂ ਸਮਝਣ ਦਾ, ਦੇਖਣ ਦਾ, ਤੇ ਉਹਨਾਂ ਦਾ ਜਿਹੜਾ ਥ੍ਰੈਟ ਪਰਸੈਪਸ਼ਨ ਹੈ, ਉਹਨਾਂ ਦਾ ਜਿਹੜਾ ਖਤਰਾ ਸਾਡੇ ਆਸ-ਪਾਸ ਹੈ, ਉਸ ਨੂੰ ਪੰਜਾਬੀਆਂ ਨੇ ਤੇ ਦੇਸ਼ ਵਾਸੀਆਂ ਨੇ ਵੀ ਨੇੜਤਾ ਤੋਂ ਸਮਝਿਆ ਵੀ ਇਸ ਤਰੀਕੇ ਦੇ ਨਾਲ ਕਾਤਿਲਾਨਾ ਹਮਲੇ ਕੀਤੇ ਜਾ ਸਕਦੇ ਨੇ, ਉਹ ਵੀ ਕਲਾਕਾਰਾਂ ਉੱਤੇ ਜਿਨ੍ਹਾਂ ਦਾ ਕੋਈ ਉਸ ਤਰੀਕੇ ਦਾ ਲੈਣਾ ਦੇਣਾ ਨਹੀਂ ਹੈ। ਲੇਕਿਨ ਜਿਹੜੀ ਤੁਸੀਂ ਗੱਲ ਸਰਕਾਰ ਦੀ ਕਹੀ, ਸਰਕਾਰ ਫਰਵਰੀ ਦੇ ਵਿੱਚ ਨਤੀਜੇ ਆਉਂਦੇ ਨੇ, ਮਾਰਚ ਦੇ ਵਿੱਚ ਸਰਕਾਰ ਟੇਕ ਓਵਰ ਕਰਦੀ ਹੈ, ਤੇ ਮਾਰਚ ਦੇ ਵਿੱਚ ਸਰਕਾਰ ਦੇ ਟੇਕ ਓਵਰ ਕਰਨ ਤੋਂ ਬਾਅਦ ਹੀ ਜਿਹੜੇ ਪੋਰਟਫੋਲੀਓ ਵੰਡੇ ਜਾਂਦੇ ਨੇ, ਉਸ ਵਿੱਚ ਕਈ ਬੜੇ ਮਹੱਤਵਪੂਰਨ ਤੇ ਸੀਨੀਅਰ ਕੱਦਾਵਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਾਉਂਸਲ ਆਫ ਮਿਨਿਸਟਰ 'ਚ ਥਾਂ ਨਹੀਂ ਦਿੱਤੀ ਗਈ। ਅਮਨ ਅਰੋੜਾ ਨੂੰ ਹੁਣ ਬਹੁਤ ਲੇਟ ਜਾ ਕੇ ਥਾਂ ਮਿਲੀ, ਪ੍ਰੋਫੈਸਰ ਬਲਜਿੰਦਰ ਕੌਰ ਰਹੇ, ਬਹੁਤ ਅਜਿਹੇ ਲੀਡਰ ਸੀ ਜਿਨ੍ਹਾਂ ਨੂੰ ਲੱਗਿਆ ਕਿ ਵੀ ਇਹਨਾਂ ਨੂੰ ਤਾਂ ਥਾਂ ਮਿਲਣੀ ਬਣਦੀ ਸੀ, ਤਜਰਬੇਕਾਰ ਸਨ। ਕਿਉਂਕਿ ਅਜਿਹੇ ਅਸੀਂ ਮੰਤਰੀ ਲੋਕ ਬਣਦੇ ਦੇਖੇ ਜਿਨ੍ਹਾਂ ਕੋਲ ਤਜਰਬਾ ਨਹੀਂ ਸੀ, ਜਿਨ੍ਹਾਂ ਕੋਲ ਐਕਸਪੀਰੀਅੰਸ ਨਹੀਂ ਸੀ, ਤੇ ਬਾਅਦ ਦੇ ਵਿੱਚ ਕਈ ਘਟਨਾਵਾਂ ਹੋਈਆਂ ਜਿਸ ਦੇ ਵਿੱਚ ਕਿ ਮੰਤਰੀਆਂ ਨੂੰ ਪਬਲਿਕਲੀ ਵਿਚਰਨਾ ਨਹੀਂ ਆਇਆ, ਉਹਨਾਂ ਦਾ ਵਿਵਹਾਰ ਜਿਹੜਾ ਸੀ, ਕੰਡਕਟ ਉਸ ਤਰੀਕੇ ਦਾ ਨਹੀਂ ਸੀ। ਇੱਕ ਮੰਤਰੀ ਨੂੰ ਤਾਂ ਅਸਤੀਫਾ ਵੀ ਉਸ ਦਾ ਲੈ ਲਿਆ ਗਿਆ। ਮੁੱਖ ਮੰਤਰੀ ਨੇ ਹੀ ਇਨਫੈਕਟ ਚੋਣਾਂ ਤੋਂ ਪਹਿਲਾਂ ਉਸ ਮੰਤਰੀ ਨੂੰ ਇਹ ਕਹਿ ਕੇ ਆਪਣੀ ਕੈਬਨਿਟ ਦੇ ਵਿੱਚੋਂ ਕੱਢਤਾ ਕਿ ਉਹਨੇ ਭ੍ਰਿਸ਼ਟਾਚਾਰ ਕੀਤਾ ਹੈ। ਮੈਂ ਸਿੰਗਲਾ ਸਾਹਿਬ ਦੀ ਗੱਲ ਕਰ ਰਿਹਾ, ਪੰਜਾਬ ਦੇ ਜਿਹੜੇ ਸਿਹਤ ਮੰਤਰੀ ਵਿਜੇ ਸਿੰਗਲਾ ਸੀ, ਮਾਨਸਾ ਤੋਂ ਉਹ ਸੀ, ਤੇ ਮਾਨਸਾ ਦੇ ਵਿੱਚ ਹੀ ਬਿਲ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ। ਸੋ ਇੱਕ ਬੜਾ ਹੀ ਅਜੀਬੋ-ਗਰੀਬ ਜਿਹੀ ਸਥਿਤੀ ਸੀ ਕਿ ਸਰਕਾਰ ਦਾ ਮੁੱਖ ਮੰਤਰੀ ਆਪਣੇ ਹੀ ਮੰਤਰੀ ਉੱਤੇ ਬਿਨਾਂ ਕਿਸੇ ਤਕਰੀਰ, ਬਿਨਾਂ ਦਲੀਲ, ਬਿਨਾਂ ਇਨਕੁਆਇਰੀ, ਬਿਨਾਂ ਕਿਸੇ ਗੱਲ ਤੇ ਉਸਨੂੰ ਕੈਬਨਿਟ ਚੋਂ ਕੱਢ ਦਿੰਦਾ ਹੈ, ਉਸਨੂੰ ਪਰਚਾ ਦਰਜ ਕਰਾ ਦਿੰਦੇ ਨੇ, ਉਸਨੂੰ ਗ੍ਰਿਫਤਾਰ ਕਰਾਤਾ ਜਾਂਦਾ ਹੈ, ਕਿਉਂਕਿ ਸਾਹਮਣੇ ਇੱਕ ਚੋਣ ਨਜ਼ਰ ਆ ਰਿਹਾ ਸੀ। ਉਸ ਤੋਂ ਬਾਅਦ ਕੁਝ ਹਫ਼ਤਿਆਂ ਬਾਅਦ ਉਹ ਮੰਤਰੀ ਸਾਹਿਬ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ। ਅਦਾਲਤ ਦੇ ਵਿੱਚ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ, ਵੀ ਇਹ ਨਹੀਂ ਦੱਸਣ ਨੂੰ ਹੁੰਦਾ ਵੀ ਇਹਨਾਂ ਦੇ ਖਿਲਾਫ ਤਾਂ ਸਾਬਤ ਹੀ ਕੁਝ ਨਹੀਂ ਹੋ ਪਾਇਆ, ਕਿਉਂਕਿ ਕੇਸ ਬਹੁਤ ਕਮਜ਼ੋਰ ਸੀ। ਸੋ ਇਸ ਤਰੀਕੇ ਦੀ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਸਹੀ ਲੋਕਾਂ ਨੂੰ, ਤਜਰਬੇਕਾਰ ਲੋਕਾਂ ਨੂੰ ਕੈਬਨਿਟ ਦੇ ਵਿੱਚ ਨਾ ਲਿਆਣਾ। ਔਨ ਟਾਪ ਆਫ ਇਟ ਮੂਸੇਵਾਲਾ ਦਾ ਜਿਹੜਾ ਕਤਲ ਕੇਸ ਸੀ, ਉਸਨੇ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ, ਕਿਉਂਕਿ ਉਸ ਦੌਰਾਨ ਜਿਹੜੀ ਸੁਰੱਖਿਆ ਦੀਆਂ ਡਿਟੇਲਸ ਲੀਕ ਹੋਈਆਂ, ਉਹ ਵੀ ਸਰਕਾਰ ਦੇ ਨਹੀਂ ਕਹਾਂਗਾ ਮੈਂ, ਰਾਦਰ ਪਾਰਟੀ ਦੇ ਆਪਣੇ ਕਰਿੰਦਿਆਂ ਵੱਲੋਂ ਜਨਤਕ ਕੀਤੀਆਂ ਗਈਆਂ ਉਹ ਡਿਟੇਲਸ, ਜਿਸ ਦਾ
ਖਮਿਆਜ਼ਾ ਸਿੱਧੂ ਮੂਸੇਵਾਲਾ ਨੂੰ ਭੁਗਤਣਾ ਪਿਆ ਕਿਉਂਕਿ ਕੰਪਰੋਮਾਈਜ਼ ਹੋਈ Right. ਤੇ ਉਸ ਵਕਤ ਦਾ ਥ੍ਰੈਟ ਪਰਸੈਪਸ਼ਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸੀ ਕਿਉਂਕਿ ਉਹਨਾਂ ਦੀ ਸੁਰੱਖਿਆ ਵੀ ਘਟਾ ਦਿੱਤੀ ਗਈ ਸੀ ਤੇ ਇਸ ਚੀਜ਼ ਨੂੰ ਵਧਾ ਚੜਾ ਕੇ ਖਬਰਾਂ ਦੇ ਵਿੱਚ ਦਰਸਾਇਆ ਗਿਆ ਸੀ। ਸੋ ਇਹ ਬਹੁਤ ਇਮੈਚੁਰ ਹਰਕਤਾਂ ਮੈਂ ਕਹਾਂਗਾ Right. ਸਨ ਤੇ ਇਹਨਾਂ ਦੇ ਉੱਤੇ ਕਦੇ ਕੋਈ ਜਵਾਬਦੇਹੀ ਨਹੀਂ ਤੈਅ ਹੋਈ। ਅੱਜ ਤੱਕ ਕਿਸੇ ਨੂੰ ਇਸ ਚੀਜ਼ ਦੇ ਲਈ ਜ਼ਿੰਮੇਵਾਰ ਨਹੀਂ ਮੰਨਿਆ ਗਿਆ, ਕੋਈ ਅਕਾਊਂਟੇਬਿਲਿਟੀ ਨਾਂ ਦੀ ਚੀਜ਼ ਨਹੀਂ ਸੀ। ਤੇ ਉਸ ਤੋਂ ਬਾਅਦ ਫਿਰ ਬਾਅਦ ਵਿੱਚ ਦੇਖਿਆ ਥੋੜੀ ਜਿਹੀ ਕੋਰਸ ਕਰੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੀ ਤੁਸੀਂ ਗੱਲ ਕਹੀ ਵੀ ਸਰਕਾਰ ਕਿੱਥੋਂ ਚੱਲਦੀ ਪਈ ਹੈ, ਅੱਜ ਵੀ ਆਪਾਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੀ ਇਹੀ ਹੈ ਕਿ ਰਾਘਵ ਚੱਡਾ ਜਿਹੜੇ ਚੇਅਰਮੈਨ ਐਡਵਾਈਜ਼ਰੀ ਕਮੇਟੀ ਦੇ ਲਾਏ ਗਏ ਤੇ ਉਹਨਾਂ ਦੇ ਕੁਝ ਜਿਹੜੇ ਸਲਾਹਕਾਰ ਕਹਿ ਲਓ, ਉਹਨਾਂ ਦੇ ਕੁਝ ਸੈਕੰਡ ਇਨ ਕਮਾਂਡ ਨੇ, ਉਹ ਪੰਜਾਬ ਦੇ ਵਿੱਚ ਸਕੱਤਰਾਂ ਦੀ ਮੀਟਿੰਗਾਂ ਲੈ ਰਹੇ ਨੇ ਅਨਅਧਿਕ੍ਰਿਤ ਤਰੀਕੇ ਦੇ ਨਾਲ, ਅਨਆਥੋਰਾਈਜ਼ਡ ਤਰੀਕੇ ਦੇ ਨਾਲ ਬੈਠਕਾਂ ਦੇ ਵਿੱਚ ਅਜਿਹੇ ਲੋਕ ਬੈਠ ਰਹੇ ਨੇ ਜਿਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ। ਆਫੀਸ਼ੀਅਲ ਸੀਕ੍ਰੇਟਸ ਐਕਟ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ। ਸੋ ਸਰਕਾਰ ਦੀ ਜਿਹੜੀ ਫੰਕਸ਼ਨਿੰਗ ਹੈ ਇਹਨਾਂ ਤਕਰੀਬਨ 10 ਮਹੀਨਿਆਂ ਦੇ ਦੌਰਾਨ, 9-10 ਮਹੀਨਿਆਂ ਦੇ ਦੌਰਾਨ ਉਸ ਦੇ ਉੱਤੇ ਬੜੇ ਸਵਾਲ ਖੜੇ ਤੇ ਇਹ ਵੀ ਸਾਬਤ ਹੋਇਆ ਕਿ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਜਿਸ ਤਰੀਕਿਆਂ ਦੇ ਨਾਲ ਤੁਸੀਂ ਸਰਕਾਰਾਂ ਚਲਾਉਂਦੇ ਰਹੇ ਹੋ, ਕਿਉਂਕਿ ਉੱਥੇ ਇੱਕ ਪ੍ਰੋਪਰ ਸਰਕਾਰ ਨਹੀਂ ਹੈ, ਉੱਥੇ ਇੱਕ ਬਹੁਤ ਹੀ ਸੀਮਿਤ ਤਾਕਤਾਂ ਤੇ ਸੀਮਿਤ ਮਹਿਕਮੇ ਉਹਨਾਂ ਕੋਲ ਹੈਗੇ ਨੇ। ਈਵਨ ਮਿਊਨਿਸਪੈਲਿਟੀ ਜਿਹੜੀ ਦਿੱਲੀ ਦੀ ਹੈ ਉਸ ਦੇ ਕੋਲ ਜ਼ਿਆਦਾ ਅਖਤਿਆਰ ਤੇ ਉਹਨਾਂ ਦੇ ਬਜਟ, ਉਹਨਾਂ ਦੀ ਫੰਡਿੰਗ ਜ਼ਿਆਦਾ ਹੈ। ਐਬਸੋਲੂਟਲੀ। ਸੋ ਉਹਨਾਂ ਸਥਿਤੀਆਂ ਦੇ ਵਿੱਚ ਕੀ ਇੱਕ ਪੂਰੀ ਫੁੱਲ ਫਲੈਜਡ ਸਟੇਟ ਚਲਾਉਣ ਦੇ ਕਾਬਲ ਇਹ ਪਾਰਟੀ ਹੈ, ਇਸ ਉੱਤੇ ਇੱਕ ਸੰਸੇ ਤੇ ਸਵਾਲ ਖੜੇ ਹੋਏ ਨੇ। ਤੇ ਇਹਨਾਂ ਸਾਲ ਦੇ ਅਖੀਰ ਤੱਕ ਜਾ ਕੇ ਇਸ ਦੇ ਵਿੱਚ ਕੋਈ ਕੋਰਸ ਕਰੈਕਸ਼ਨ ਐਸੀ ਹੋਈ ਹੋਵੇ ਨਜ਼ਰ ਨਹੀਂ ਆ ਰਹੀ। ਹੁਣ ਅਗਲੇ ਸਾਲ ਦੇ ਵਿੱਚ ਆਸਾਂ ਹੋਣੀ ਚਾਹੀਦੀ ਕਿਉਂਕਿ ਇਸ ਸਰਕਾਰ ਤੋਂ, ਇਸ ਪਾਰਟੀ ਤੋਂ ਉਮੀਦਾਂ ਬਹੁਤ ਹੈਗੀਆਂ ਨੇ ਤੇ ਪੰਜਾਬ ਦਾ ਭਵਿੱਖ ਇਹਨਾਂ ਦੇ ਹੱਥ ਵਿੱਚ ਹੈ। ਜੀ ਬਿਲਕੁਲ, ਤੁਸੀਂ ਸਹੀ ਕਿਹਾ ਕਿ ਜੋ ਆਸਾਂ ਸੀ ਉਹ ਪੂਰੀਆਂ ਕਰਨ ਵਿੱਚ ਅਜੇ ਤੱਕ ਸਰਕਾਰ ਨਾਕਾਮਯਾਬ ਰਹੀ ਹੈ। ਅਗਲੇ ਸਾਲ ਵਿੱਚ ਕੀ ਕੋਰਸ ਵਿੱਚ ਡਾਇਰੈਕਸ਼ਨਸ ਆਉਂਦੀਆਂ ਨੇ ਤੇ ਸਮਾਂ ਹੀ ਦੱਸੇਗਾ। ਪਰ ਇੱਕ ਅਹਿਮ ਮੁੱਦਾ ਸੀ ਬਿਫੋਰ ਆਈ ਲੀਵ ਓਵਰ ਟੂ, ਜਿਸ ਤਰ੍ਹਾਂ ਤੁਸੀਂ ਹਿਮਾਚਲ ਤੇ ਗੁਜਰਾਤ ਦੀ ਗੱਲ ਕੀਤੀ ਹੈ, ਕਰਪਸ਼ਨ ਵਾਜ਼ ਅ ਮੇਜਰ ਇਸ਼ੂ ਜਿੱਤੇ ਕਿ ਇਲੈਕਸ਼ਨਸ ਲੜੀਆਂ ਗਈਆਂ, ਲੋਕ ਵੀ ਪਰੇਸ਼ਾਨ ਸਨ ਅਤੇ ਉਸ ਦੇ ਲਈ ਲੋਕਾਂ ਨੇ ਚੇਂਜ ਲਿਆਂਦਾ ਕਿ ਕੁਝ ਰਾਹਤ ਮਿਲੇਗੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੇ ਬੜੀਆਂ ਅਨਾਊਂਸਮੈਂਟਸ ਕੀਤੀਆਂ, ਹੈਲਪਲਾਈਨ ਨੰਬਰਸ ਵੀ ਖੋਲ੍ਹਤੇ ਕਿ ਕਰਪਸ਼ਨ ਲਈ ਤੁਸੀਂ ਫੋਨ ਕਰੋ। ਪਰ ਸੁਣਨ ਨੂੰ ਇਹ ਮਿਲਦਾ ਤੇ ਵੇਖਣ ਵੀ, ਮੈਂ ਵੀ ਪੰਜਾਬ ਗਿਆ, ਦੇਖਣ ਨੂੰ ਇਹ ਮਿਲਿਆ ਕਿ ਜਿਹੜੀ 1000 ਰੁਪਏ ਦੇ ਵਿੱਚ ਤੁਸੀਂ ਕੋਈ ਰਿਸ਼ਵਤ ਦੇ ਕੇ ਕੰਮ ਕਰਾ ਲੈਂਦੇ ਸੀ, ਉਹ 10,000 ਰੁਪਏ ਦੀ ਚੀਜ਼ ਪਹੁੰਚ ਗਈ ਹੈ। ਕਰਪਸ਼ਨ ਉਸੇ ਤਰੀਕੇ ਨਾਲ ਹੀ ਬਰਕਰਾਰ ਹੈ, ਪਰ ਅਫਸਰਾਂ ਦਾ ਲੈਣ ਦਾ ਜਿਹੜਾ ਮਾਧਿਅਮ ਹੈਗਾ ਉਹ ਵੱਖਰਾ ਹੋ ਗਿਆ ਤੇ ਨਾਲ ਰੇਟ ਵੱਧ ਗਏ ਹੈਗੇ ਨੇ। ਅਗੇਨ ਪੰਜਾਬ ਦੀ ਸਾਈਕੀ ਜਿੱਥੇ ਅਸੀਂ ਦੇਖਦੇ ਹਾਂ ਜਾਂ ਪੰਜਾਬ ਦਾ ਜਿਹੜਾ ਕਲਚਰ ਹੈਗਾ ਟੈਰਰਿਜ਼ਮ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਨਿਕਲਿਆ ਅਤੇ ਅਫਸਰਸ਼ਾਹੀ ਬਿਊਰੋਕ੍ਰੇਸੀ ਨੇ ਜਿਹੜਾ ਆਪਣਾ ਗ੍ਰਿਪ ਉੱਥੇ ਸਟਰੋਂਗ ਕੀਤਾ ਹੋਇਆ ਹੈ, ਇਹ ਸਰਕਾਰ ਵੀ ਲੱਗਦਾ ਨਹੀਂ ਬਾਕੀ ਸਰਕਾਰਾਂ ਵਾਂਗੂ ਕੋਈ ਚੇਂਜ ਲਿਆਉਣ ਵਿੱਚ ਕਾਮਯਾਬ ਹੋ ਸਕੀ ਹੈ, ਜਾਂ ਤੁਸੀਂ ਸਮਝਦੇ ਹੋ ਕਿ ਕੁਝ ਡੈਂਟ ਇਹ ਮਾਰਨ ਵਿੱਚ ਕਾਮਯਾਬ ਹੋਈ ਹੈ? ਦੇਖੋ ਇਹਨਾਂ ਨੇ ਉਪਰਾਲੇ ਤਾਂ ਕੀਤੇ, ਜਿਹੜਾ ਐਂਟੀ ਕਰਪਸ਼ਨ ਹੈਲਪਲਾਈਨ ਮੁੱਖ ਮੰਤਰੀ ਨੇ ਲਾਂਚ ਕੀਤੀ, ਉਹਦੇ ਨਾਲ ਬਹੁਤ ਸੀਆਂ ਸ਼ਿਕਾਇਤਾਂ ਆਈਆਂ, ਕਾਰਵਾਈਆਂ ਵੀ ਹੋਈਆਂ, ਅਜਿਹਾ ਨਹੀਂ ਹੈ। ਤੇ ਜਿਹੜਾ ਈਵਨ ਵਿਜੇ ਸਿੰਗਲਾ ਚਾਹੇ ਉਹ ਇੱਕ, ਮੈਂ ਤਾਂ ਉਸਨੂੰ ਡਰਾਮੇਬਾਜ਼ੀ ਕਹਾਂਗਾ, ਉਹ ਡਰਾਮੇਬਾਜ਼ੀ ਹੋਈ, ਲੇਕਿਨ ਉਹਦੇ ਨਾਲ ਕੁਝ ਮੈਸੇजेस ਗਏ। ਇਹ ਗੱਲ ਤੁਹਾਡੀ ਠੀਕ ਹੈ ਕਿ ਭ੍ਰਸ਼ਟਾਚਾਰ ਤਾਂ ਖਤਮ ਨਹੀਂ ਹੋ ਪਾਇਆ, ਉਹਨੇ ਹੋ ਵੀ ਨਹੀਂ ਪਾਣਾ, ਲੇਕਿਨ ਭ੍ਰਸ਼ਟਾਚਾਰ ਦੀ ਕੀਮਤਾਂ ਵੱਧ ਗਈਆਂ। ਅਫਸਰ ਪਹਿਲਾਂ ਪੈਸਾ ਖੁੱਲ ਕੇ ਲੈ ਵੀ ਲੈਂਦੇ ਸੀ ਤੇ ਕੰਮ ਵੀ ਖਿੜੇ ਮੱਥੇ ਕਰ ਦਿੰਦੇ ਸੀ। ਹੁਣ ਪੈਸਾ ਲੈਂਦੇ ਹੋਏ ਡਰਦੇ ਨੇ ਤੇ ਕੰਮ ਕਰਕੇ ਰਾਜੀ ਨਹੀਂ। ਬਿਲਕੁਲ, ਜੇ ਕੰਮ ਕਰਦੇ ਵੀ ਨੇ ਤਾਂ ਔਖੇ ਨੇ, ਲੇਕਿਨ ਜ਼ਮੀਨੀ ਸਤਹੀ ਪੱਧਰ ਤੇ ਇਸ ਦਾ ਅਸਰ ਪਿਆ ਵੀ ਹੈ। ਇਹ ਗੱਲ ਨਹੀਂ ਹੈ ਵੀ ਇਹਦਾ ਫਰਕ ਨਹੀਂ ਪਿਆ, ਲੇਕਿਨ ਸਰਕਾਰ ਨੂੰ ਹੋਰ ਐਡੀਆਂ ਚੁਣੌਤੀਆਂ ਨੇ। ਸਰਕਾਰ ਹੋਰ ਮੁੱਖ ਮੰਤਰੀ ਭੰਬਲ ਭੂਸੇ ਨੇ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀ ਕਰਪਸ਼ਨ ਦੀਆਂ ਹੈਲਪਲਾਈਨਾਂ ਸੀਆਂ ਉਹ ਕਿਤੇ ਨਾ ਕਿਤੇ ਬੈਕ ਬਰਨਰ ਤੇ ਚੱਲਦੀਆਂ ਨਜ਼ਰ ਆਈਆਂ। ਹਾਲਾਂਕਿ ਵਿਜੀਲੈਂਸ ਦੀਆਂ ਕਾਰਵਾਈਆਂ ਲੱਗੇ ਹੋਏ ਨੇ, ਆਪਣੇ ਕੰਮ ਕਰਨ ਲੱਗੇ ਹੋਏ ਨੇ। ਐਸਾ ਨਹੀਂ ਹੈ, ਮੈਂ ਨਹੀਂ ਕਹਾਂਗਾ, ਲੈਟਸ ਬੀ ਸਲਾਈਟਲੀ ਆਪਟਿਮਿਸਟਿਕ, ਵੀ ਇਹ ਚੀਜ਼ਾਂ ਦੇ ਅਸਰ ਨਹੀਂ ਨਜ਼ਰ ਆਏ, ਕਿਉਂਕਿ ਬਹੁਤ ਕਾਰਵਾਈਆਂ ਹੋਈਆਂ। ਜਿਹੜੀ ਹੈਲਪਲਾਈਨ ਜਾਰੀ ਕੀਤੀ ਸੀ ਉਸ ਉੱਤੇ ਸ਼ਿਕਾਇਤਾਂ ਆਈਆਂ, ਸ਼ਿਕਾਇਤਾਂ ਦੇ ਬੇਸ ਉੱਤੇ ਕੰਮ ਵੀ ਹੋਇਆ, ਲੇਕਿਨ ਇਹ ਹੈ ਕਿ ਕਰਪਸ਼ਨ ਇੱਕ ਲੌਂਗ ਟਰਮ ਗੱਲਬਾਤ ਹੈ, ਉਹਦੇ ਵਿੱਚ ਥੋੜਾ ਜਿਹਾ ਸਮਾਂ ਲੱਗੇਗਾ। ਲੇਕਿਨ ਜਿਹੜੀ ਸਰਕਾਰ ਦੀ ਵਚਨਬੱਧਤਾ ਸੀ, ਦੂਸਰੀ ਜਿਹੜੀ ਪ੍ਰੋਬਲਮ ਆਮ ਆਦਮੀ ਪਾਰਟੀ ਸਰਕਾਰ ਦੀ ਰਹੀ, ਇਹ ਦਿਖਾਵੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਨੇ, ਹਰ ਚੀਜ਼ ਨੂੰ ਇਸ਼ਤਿਹਾਰਬਾਜ਼ੀ ਦੇ ਜ਼ਰੀਏ, ਦਿਖਾਵੇਬਾਜ਼ੀ ਦੇ, ਕਿਉਂਕਿ ਮੈਨੂੰ ਲੱਗਦਾ ਕਿ ਇਹਨਾਂ ਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਹੈ ਵੀ ਇਹਨਾਂ ਨੇ ਕੰਮ ਕੀਤਾ ਘੱਟ ਹੈ ਤੇ ਦਿਖਾਉਣ ਦੀ ਕੋਸ਼ਿਸ਼ ਜ਼ਿਆਦਾ ਕੀਤੀ ਹੈ। ਤੇ ਇਹ ਚੀਜ਼ ਹੁਣ ਸਭ ਨੂੰ ਸਮਝ ਆ ਗਈ। ਅਫਸਰਾਂ ਨੂੰ ਵੀ ਤੁਸੀਂ ਗੱਲ ਕੀਤੀ, ਅਫਸਰਾਂ ਦੀ ਜਿਹੜੀ ਅਫਸਰ ਨਵਜ਼ ਫੜ ਲੈਂਦੇ ਨੇ ਸਿਆਸਤ, ਉਹ ਸਮਝਦੇ ਨੇ ਵੀ ਸਰਕਾਰ ਨੂੰ ਦਿਖਾਵੇਬਾਜ਼ੀ ਦੇ ਨਾਲ ਥੋੜਾ ਜਿਹਾ ਜ਼ਿਆਦਾ ਇਹਨਾਂ ਦੇ ਵਿੱਚ ਰੁਚੀ ਹੈ। ਸੋ ਤੁਸੀਂ ਦਿਖਾਵੇਬਾਜ਼ੀ, ਇਸ਼ਤਿਹਾਰਬਾਜ਼ੀ ਕਰੇ ਚੱਲੋ। ਇਸ਼ਤਿਹਾਰਾਂ ਹੁਣ ਤੁਸੀਂ ਗੁਜਰਾਤ ਦੇ ਇਲੈਕਸ਼ਨ ਦਾ ਜ਼ਿਕਰ ਕੀਤਾ, ਹਿਮਾਚਲ ਪੰਜਾਬ ਦੇ ਵਿੱਚ ਕਿੰਨਾ ਜ਼ਿਆਦਾ ਪੈਸਾ ਸਰਕਾਰ ਦਾ, ਪੰਜਾਬ ਸਰਕਾਰ ਦਾ ਪੈਸਾ ਉੱਥੇ ਫੰਡਿੰਗ ਲੱਗੀ, ਤੇ ਜੇ ਨਤੀਜੇ ਵੇਖੋ ਤੇ ਮੈਨੂੰ ਲੱਗਦਾ ਉਹ ਪੈਸਾ ਖੂਹ ਖਾਤੇ ਚਲਾ ਗਿਆ। ਕਿਉਂਕਿ ਜੇ ਤੁਸੀਂ ਜਿੱਤ ਵੀ ਗਏ ਹੁੰਦੇ ਗੁਜਰਾਤ, ਤਾਂ ਵੀ ਆਪਾਂ ਕਹਿ ਲੈਂਦੇ ਵੀ ਚਲੋ ਪੰਜਾਬ ਦਾ ਜਿਹੜਾ ਖਜ਼ਾਨਾ ਸੀ, ਬਿਲਕੁਲ ਜੀ ਉਹ ਤਾਂ ਨਹੀਂ ਗਿਆ। ਤੁਸੀਂ ਜਿਹੜਾ ਬੜਾ ਮਹੱਤਵਪੂਰਨ ਸਵਾਲ ਕੀਤਾ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਦੇਖੋ ਬੇਅਦਬੀ ਦਾ ਮੁੱਦਾ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਰਿਹਾ, ਲੇਕਿਨ ਉਸ ਮੁੱਦੇ ਉੱਤੇ ਸਰਕਾਰ ਦੀ ਕਮਿਟਮੈਂਟ ਕਿਤੇ ਨਹੀਂ ਹੈ। ਇਨਫੈਕਟ ਜਿਹੜੇ ਐਡਵੋਕੇਟ ਜਨਰਲ ਇਸ ਵਕਤ ਪੰਜਾਬ ਦੇ ਵਿਨੋਦ ਕਈ ਸਾਹਿਬ ਲਾਏ ਗਏ ਨੇ, ਉਹ ਕਈ ਕੇਸਾਂ ਦੇ ਵਿੱਚ ਗੁਰਮੀਤ ਰਾਮ ਰਹੀਮ ਡੇਰੇ ਸੱਚੇ ਸੌਦੇ ਦੇ ਵਕੀਲ ਰਹੇ ਨੇ।
ਹੁਣ ਅਜਿਹੀ ਸਥਿਤੀ ਦੇ ਵਿੱਚ ਇਹ ਪੰਜਾਬ ਦਾ ਐਡਵੋਕੇਟ ਜਨਰਲ ਆਈ ਥਿੰਕ ਪਿੱਛੇ ਉਹਨਾਂ ਦੇ ਵੀ ਅਸਤੀਫੇ ਦੀ ਗੱਲਬਾਤ ਜੀ, ਚੱਲਦੀ ਪਈ ਸੀ Right. ਸੋ ਪੰਜਾਬ ਨੇ ਇੱਕ ਸਾਲ ਦੇ ਵਿੱਚ ਤਕਰੀਬਨ 4-5 ਐਡਵੋਕੇਟ ਜਨਰਲ ਦੇਖ ਲਏ ਨੇ, ਟਿਕ ਨਹੀਂ ਕੋਈ ਰਿਹਾ। ਲੇਕਿਨ ਵੱਡਾ ਇਸ਼ੂ ਇਹ ਸੀ ਕਿ ਕੀ ਸਰਕਾਰ ਸੁਹਿਰਦ ਹੈ। ਇਹ ਚੀਜ਼ ਪਹਿਲਾਂ ਅਸੀਂ 5 ਸਾਲ 4.5 ਸਾਲ ਕੈਪਟਨ ਅਮਰਿੰਦਰ ਸਿੰਘ ਤੇ ਉਸ ਤੋਂ ਬਾਅਦ 3-4 ਸਾਲ ਚਰਨਜੀਤ ਚੰਨੀ ਹੋਰਾਂ ਦੇ ਦੇਖੇ। ਉਸ ਦੌਰਾਨ ਬੇਅਦਬੀ ਦੇ ਕੇਸਾਂ ਦਾ ਅਦਾਲਤਾਂ ਦੇ ਵਿੱਚ ਪੈਰ ਵੀ ਨਹੀਂ ਸਹੀ ਤਰੀਕੇ ਨਾਲ ਹੋ ਪਾਈ, ਤਾਂ ਹੀ ਕਰਕੇ ਸੈਟਬੈਕ ਲੱਗੇ। ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਭੰਗ ਹੋਈ, ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ, ਪੋਲਿਟਿਕਸ ਵਿੱਚ ਆਏ, ਚੋਣ ਲੜੀ ਤੇ ਅੱਜ ਵਿਧਾਇਕ ਬਣ ਗਏ। ਲੇਕਿਨ ਉਹਨਾਂ ਨੂੰ ਘੱਟੋ ਘੱਟ ਤੁਸੀਂ ਜੇਲ੍ਹ ਮਹਿਕਮਾ ਦੇ ਸਕਦੇ ਸੀ, ਉਹਨਾਂ ਨੂੰ ਗ੍ਰਹਿ ਮਹਿਕਮਾ ਚਲੋ ਮੁੱਖ ਮੰਤਰੀ ਆਪਣੇ ਕੋਲ ਰੱਖਦੇ ਨੇ, ਲੇਕਿਨ ਜੇਲ੍ਹ ਮਹਿਕਮਾ ਕੋਈ ਅਜਿਹਾ ਮਹਿਕਮਾ ਦਿੱਤਾ ਜਾਂਦਾ ਤਾਂ ਕਿ ਲੋਕਾਂ ਨੂੰ ਵੀ ਲੱਗਦਾ ਕਿ ਨਾਲ ਜੁੜਿਆ ਹੋਇਆ ਜੀ, ਲੇਕਿਨ ਉਹ ਨਹੀਂ ਦਿੱਤਾ ਗਿਆ। ਇਨਫੈਕਟ ਇਹ ਵੀ ਹਿਊਮਿਲੇਸ਼ਨ ਹੈ ਇੱਕ ਤਰੀਕੇ ਦੀ। ਉਹ ਬਤੌਰ ਇੱਕ ਆਈਜੀ ਜੇ ਅੱਜ ਕੁੰਵਰ ਵਿਜੇ ਪ੍ਰਤਾਪ ਰਾਜਨੀਤੀ ਵਿੱਚ ਨਾ ਹੁੰਦੇ, ਉਹ ਇੱਕ ਆਈਜੀ ਹੁੰਦੇ ਏਡੀਜੀਪੀ ਤੱਕ, ਇਸ ਵਕਤ ਆਈਜੀ ਹੋਣਾ ਸੀ ਉਹਨਾਂ ਨੇ, ਹੀ ਕੁਡ ਹੈਵ ਬੀਨ ਐਨ ਏਡੀਜੀਪੀ। ਸੋ ਅੱਜ ਉਹ ਜ਼ਿਆਦਾ ਪੋਜੀਸ਼ਨ ਦੀ ਚੰਗੀ ਪੋਜੀਸ਼ਨ ਵਿੱਚ ਹੁੰਦੇ, ਬਿਹਤਰ ਹੁੰਦੇ, ਉਹਨਾਂ ਦੀ ਜ਼ਿਆਦਾ ਸੇ ਹੁੰਦੀ। ਲੇਕਿਨ ਇੱਕ ਵਿਧਾਇਕ ਬਣਾ ਕੇ ਜਿਹਨੂੰ ਕਹਿੰਦੇ ਵੀ ਉਹਨਾਂ ਨੂੰ ਬਿਲਕੁਲ ਕੰਡਮ ਕਰਕੇ ਸਾਈਡ ਤੇ ਬਿਠਾਤਾ ਗਿਆ। ਐਂਡ ਇਸ ਦੇ ਕਾਰਨ ਰਿਤੇਸ਼ ਜੀ ਇਹ ਤਾਂ ਨਹੀਂ ਹੋ ਸਕਦੇ, ਕਿਉਂਕਿ ਸੁਣਨ ਨੂੰ ਇਹ ਮਿਲਦਾ ਹੈਗਾ ਕਿ ਕੋਈ ਵੀ ਵਿਅਕਤੀ ਜਿਹੜਾ ਕਿ ਬੋਲ ਸਕੇ ਕੇਜਰੀਵਾਲ ਦੇ ਲੈਵਲ ਤੱਕ ਹੋਵੇ, ਉਹ ਕੇਜਰੀਵਾਲ ਸਾਹਿਬ ਚਾਹੁੰਦੇ ਨਹੀਂ ਹੈਗੇ ਕਿ ਕੋਈ ਵੀ ਇਸ ਲੈਵਲ ਤੇ ਆ ਸਕੇ। ਤੇ ਇਸੇ ਕਰਕੇ ਭਗਵੰਤ ਮਾਨ ਦੇ ਉੱਤੇ ਵੀ ਇਹ ਦੋਸ਼ ਲੱਗੇ ਕਿ ਇਹ ਤਾਂ ਇੱਕ ਸਿਰਫ ਪਪਟ ਉੱਥੇ ਬਿਠਾਇਆ ਗਿਆ ਹੈ, ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਗੱਲ ਕੀਤੀ ਕਿ ਦਿੱਲੀ ਤੋਂ ਡਿਸੀਜਨਸ ਲਏ ਜਾ ਰਹੇ ਨੇ। ਬਟ ਕੀ ਇਹ ਵੀ ਤੁਸੀਂ ਕੁਝ ਦੇਖਿਆ? ਕੇਜਰੀਵਾਲ ਨੂੰ ਵੀ ਤੁਸੀਂ ਮਿਲੇ ਹੋਏ ਹੋ, ਪੰਜਾਬ ਤੋਂ ਬਾਅਦ ਦਿੱਲੀ ਦਾ ਜੋ ਉਹਨਾਂ ਦਾ ਪ੍ਰਦਰਸ਼ਨ, ਜੋ ਕੁਝ ਉਹ ਕੰਮ ਕਰਦੇ ਰਹੇ ਨੇ, ਤੇ ਇਹ ਆਸ ਸੀ ਕਿ ਹਿਮਾਚਲ ਤੇ ਗੁਜਰਾਤ ਦੇ ਵਿੱਚ ਡੈਫੀਨੇਟਲੀ ਕੋਈ ਰੈਵੋਲੂਸ਼ਨ ਆਏਗਾ। ਬਟ ਸ਼ਾਇਦ ਪੰਜਾਬ ਵਿੱਚ ਹੀ ਰੈਵੋਲੂਸ਼ਨਸ ਆਉਂਦੇ ਨੇ, ਬਾਕੀ ਪ੍ਰਦੇਸ਼ਾਂ ਵਿੱਚ ਆਉਂਦੇ ਨਹੀਂ ਹੈਗੇ। ਸੋ ਪੰਜਾਬ ਵਿੱਚ ਜੋ ਕੁਝ ਹੋਇਆ, ਕੀ ਉਸ ਦਾ ਕੋਈ ਅਸਰ ਨਹੀਂ ਪਿਆ ਉੱਥੇ, ਜਾਂ ਉੱਥੋਂ ਦੀ ਰਾਜਨੀਤੀ ਹੀ ਵੱਖਰੇ ਕਿਸਮ ਦੀ ਹੈ ਜਿਹਦਾ ਕਿ ਪੈਨੀਟ੍ਰੇਟ ਨਹੀਂ ਕਰ ਸਕੀ ਆਮ ਆਦਮੀ ਪਾਰਟੀ? ਦੇਖੋ, ਮੈਨੂੰ ਲੱਗਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਿਆ ਖੁੱਲ੍ਹ ਕੇ ਕੰਮ ਕਰਨ ਦਾ, ਲੇਕਿਨ ਐਕਸਪੋਜ਼ ਹੋ ਗਏ। ਕਿਉਂਕਿ ਜਦੋਂ ਤੁਹਾਡੇ ਕੋਲ ਤਾਕਤ ਆ ਜਾਂਦੀ ਹੈ, ਇਹ ਮੌਕਾ ਸੀ। ਹੁਣ ਕੋਈ ਬਹਾਨਾ ਨਹੀਂ ਸੀ। ਦਿੱਲੀ ਦੇ ਵਿੱਚ ਕਈ ਬਹਾਨੇ ਸੀ ਵੀ ਲੈਫਟੀਨੈਂਟ ਗਵਰਨਰ ਸਾਨੂੰ ਕੰਮ ਨਹੀਂ ਕਰਨ ਦਿੰਦੇ, ਸਾਡੇ ਕੋਲ ਤਾਕਤਾਂ ਨਹੀਂ। ਹੁਣ ਸਭ ਕੁਝ ਹੱਥ ਵਿੱਚ ਆ ਗਿਆ। ਹੁਣ ਤੁਹਾਨੂੰ ਕਿਹੜੀਆਂ ਚੀਜ਼ਾਂ ਰੋਕ ਰਹੀਆਂ ਨੇ? ਕਿਉਂ ਤੁਸੀਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ, ਸੁਰੱਖਿਆ ਲੀਕ ਕੀਤੀ, ਇੱਕ ਸਿੰਗਰ ਨੂੰ ਮਰਵਾਤਾ, ਉਹਦੀਆਂ ਇਨਕੁਆਇਰੀਆਂ, ਹੁਣ ਤੁਸੀਂ ਉਹਦੇ ਤੇ ਇਨਕੁਆਇਰੀ ਕਮਿਸ਼ਨ ਅੱਜ ਤੱਕ ਨਹੀਂ ਬਿਠਾ ਪਾਏ ਹੋ। ਉਸ ਤੋਂ ਬਾਅਦ ਤੁਹਾਡੀ ਆਪਣੀ ਸੁਹਿਰਦਤਾ, ਆਪਣੇ ਮੰਤਰੀਆਂ ਨੂੰ ਤੁਸੀਂ ਕਰਪਸ਼ਨ ਦੇ ਇਲਜ਼ਾਮ ਲਾ ਕੇ ਕੱਢ ਵੀ ਦਿੰਦੇ ਹੋ, ਫਿਰ ਉਹ ਅਦਾਲਤਾਂ 'ਚੋਂ ਬਰੀ ਹੋ ਜਾਂਦੇ ਨੇ। ਮੁੱਖ ਮੰਤਰੀ ਦੀ ਗੱਲਬਾਤ ਦੀ ਕੀ ਕ੍ਰੈਡੀਬਿਲਿਟੀ ਰਹਿ ਜਾਂਦੀ ਹੈ ਜਦੋਂ ਮੁੱਖ ਮੰਤਰੀ ਇਹ ਕਵੇ ਕਿ ਮੇਰੇ ਕੋਲ ਸਬੂਤ ਹੈ ਕਿ ਮੇਰੇ ਮੰਤਰੀ ਨੇ ਰਿਸ਼ਵਤ ਮੰਗੀ, ਮੇਰੇ ਕੋਲ ਏਦਾਂ ਦੱਸ ਰਹੇ ਸੀ ਵੀ ਟੇਪਾਂ ਪਈਆਂ ਨੇ। ਤੇ ਉਸ ਤੋਂ ਬਾਅਦ 3 ਹਫ਼ਤੇ ਬਾਅਦ ਜਦੋਂ ਅਦਾਲਤ ਪੁੱਛਦੀ ਹੈ ਵੀ ਦੱਸੋ ਕਿਸ ਬੇਸ ਦੇ ਉੱਤੇ ਤੁਸੀਂ ਕਹਿੰਦੇ, ਤਾਂ ਤੁਹਾਡੀ ਸਰਕਾਰ ਦਾ ਕੋਈ ਜਵਾਬ ਨਹੀਂ ਹੁੰਦਾ। ਬੇਅਦਬੀਆਂ ਦੇ ਮੁੱਦਿਆਂ ਤੇ ਤੁਸੀਂ ਅਦਾਲਤ ਕੀਤਾ ਕੀ? ਤੁਸੀਂ ਕਿਹੜੀ ਐਸੀ ਚੀਜ਼ ਕਰ ਪਾਏ ਜਿਹਦੇ ਨਾਲ ਕਿ ਇਹ ਲੱਗੇ ਵੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਇੱਕ ਵੱਖ ਵਿਊ ਲੈ ਰਹੇ ਹੋ? ਕਿਉਂਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਕੀਤੀ ਹੈ। ਤੁਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਬੇਅਦਬੀ ਦੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ, ਜਿੱਥੇ ਬੇਅਦਬੀ ਹੋਈ, ਹਾਲਾਂਕਿ ਬੇਅਦਬੀ ਨਾਲ ਪੂਰੀ ਵਿਸ਼ਵ ਪ੍ਰਭਾਵਿਤ ਹੋਇਆ, ਲੇਕਿਨ ਤੁਸੀਂ ਕੋਟਕਪੂਰੇ, ਤੁਸੀਂ ਫਰੀਦਕੋਟ ਦੇ ਵਿੱਚ ਉਹਨਾਂ ਨੂੰ ਪੋਸਟਰ ਬॉय ਬਣਾ ਕੇ ਘੁੰਮੇ ਹੋ। ਤੁਹਾਡੇ ਤੋਂ ਜ਼ਿਆਦਾ ਆਸਾਂ ਸੀ। ਤੁਸੀਂ ਐਡਵੋਕੇਟ ਜਨਰਲ ਵੀ ਲਾ ਲੈਂਦੇ ਹੋ। ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਅੱਜ ਇਹ ਗੱਲਾਂ ਅਸੀਂ ਨਹੀਂ ਕਹਿ ਰਹੇ, ਕੋਈ ਕਹੇ ਕਿ ਤੁਸੀਂ ਕ੍ਰਿਟੀਕਲ ਪੱਤਰਕਾਰ ਹੋਣ ਦੇ ਨਾਤੇ ਆਪਾਂ ਬਹਿ ਕੇ ਸਟੂਡੀਓ ਦੇ ਵਿੱਚ ਨੁਕਤਾਚੀਨੀ ਕਰ ਰਹੇ। ਇਹ ਗੱਲਾਂ ਬਾਤਾਂ ਤਾਂ ਕੁੰਵਰ ਵਿਜੇ ਪ੍ਰਤਾਪ ਕਰਦੇ ਪਏ ਨੇ, ਜਿਹੜੇ ਤੁਹਾਡੇ ਵਿਧਾਇਕ ਨੇ ਤੇ ਜਿਨ੍ਹਾਂ ਨੇ ਆਪਣੀ ਕੁਰਸੀ, ਆਪਣੇ ਅਹੁਦੇ, ਉਹ ਸਾਰੀ ਗੱਲਾਂ ਬਾਤਾਂ ਸਿਰਫ ਇਸ ਵਾਸਤੇ ਛੱਡੀਆਂ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਬੇਅਦਬੀ ਕੇਸ ਦੇ ਵਿੱਚ ਸਮੇਂ ਦੀ ਜਿਹੜੀ ਸਰਕਾਰ ਸੀ ਮੌਕੇ ਦੀ ਕੁਝ ਕਰ ਨਹੀਂ ਸੀ ਪਾ ਰਹੀ। ਜੀ।